ਆਤਮਾ ਸੱਚ ਹੈ, ਅਨਾਦਿ ਹੈ, ਜੋਤੀ ਸਰੂਪ ਅਤੇ ਆਨੰਦਮਈ ਹੈ। ਉਸਨੂੰ ਪ੍ਰਾਪਤ ਕਰ ਲੈਣ ਤੋਂ ਬਾਅਦ ਕੁਝ ਵੀ ਪ੍ਰਾਪਤ ਕਰਨਾ ਬਾਕੀ ਨਹੀਂ ਰਹਿੰਦਾ ਅਤੇ ਉਸਨੂੰ ਜਾਣ ਲੈਣ ਤੋਂ ਬਾਅਦ ਕੁਝ ਜਾਣਨਾ ਬਾਕੀ ਨਹੀਂ ਰਹਿੰਦਾ। ਮਨੁੱਖ ਦੀ ਮਿਹਨਤ ਦੀ ਸਫਲਤਾ ਸੰਸਾਰਕ ਸੁੱਖਾਂ ਦੇ ਸਾਧਨ ਅਤੇ ਸੰਪਦਾ ਇਕੱਠੀ ਕਰਨ ਵਿੱਚ ਨਹੀਂ ਹੈ, ਬਲਕਿ ਆਤਮਾ ਨੂੰ ਜਾਣਨ ਦੀ ਕੋਸ਼ਿਸ਼ ਵਿੱਚ ਹੈ। ਪੰਡਿਤ ਸ਼੍ਰੀ ਰਾਮ ਸ਼ਰਮਾ ਆਚਾਰਿਆ। ਪੁਸਤਕ ਦਾ ਨਾਮ ਜੀਵਨ ਦੀ ਸਭ ਤੋਂ ਉੱਚ ਜ਼ਰੂਰਤ ਆਤਮ ਗਿਆਨ। ਪੁਸਤਕ ਦੀ ਜਾਣਕਾਰੀ। ਅਸੀਂ ਸਾਰੇ ਜੀਵਨ ਵਿੱਚ ਕਈ ਤਰ੍ਹਾਂ ਦੀ ਸੰਪੱਤੀ, ਵੈਭਵ, ਪਦਾਰਥ, ਸਾਧਨ ਆਦਿ ਇਕੱਠੇ ਕਰਦੇ ਹਾਂ, ਕਿਉਂਕਿ ਸਾਨੂੰ ਸਾਰਿਆਂ ਨੂੰ ਇਹ ਭਰਮ ਹੈ ਕਿ ਇਹ ਸਾਰੀਆਂ ਭੌਤਿਕ ਚੀਜ਼ਾਂ ਸਾਡੀ ਖੁਸ਼ੀ ਦਾ ਸਰੋਤ ਹਨ। ਕੀ ਇਹ ਸੱਚ ਹੈ? ਜੇਕਰ ਆਪਣੇ ਵਾਤਾਵਰਣ ਨੂੰ ਬਰੀਕੀ ਨਾਲ ਦੇਖਿਆ ਜਾਵੇ ਤਾਂ ਸਾਨੂੰ ਜਵਾਬ ਮਿਲੇਗਾ ਨਹੀਂ। ਭੌਤਿਕ ਚੀਜ਼ਾਂ ਕਿਸੇ ਨੂੰ ਸੁੱਖ ਅਤੇ ਆਨੰਦ ਨਹੀਂ ਦੇ ਸਕਦੀਆਂ। ਜੇਕਰ ਅਜਿਹਾ ਹੁੰਦਾ ਤਾਂ ਦੁਨੀਆ ਦੇ ਸਾਰੇ ਧਨ ਕੁਬੇਰ ਸੁਖੀ ਹੁੰਦੇ, ਪਰ ਦੇਖਿਆ ਜਾਂਦਾ ਹੈ ਕਿ ਅਮੀਰ ਅਤੇ ਸਾਧਨ ਸੰਪੰਨ ਵਿਅਕਤੀ ਵੀ ਦੁਖੀ ਅਤੇ ਅਸੰਤੁਸ਼ਟ ਹਨ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਮਨੁੱਖ ਇੱਕ ਅਜਿਹੇ ਆਨੰਦ ਦੀ ਪ੍ਰਾਪਤੀ ਕਰਨਾ ਚਾਹੁੰਦਾ ਹੈ ਜੋ ਸੱਚ, ਅਟਲ ਅਤੇ ਅਵਿਨਾਸ਼ੀ ਹੋਵੇ। ਸੰਸਾਰ ਦੇ ਛਿਨ ਭਰ ਵਿੱਚ ਨਸ਼ਟ ਹੋ ਜਾਣ ਵਾਲੇ ਸੁੱਖਾਂ ਦਾ ਭੋਗ ਕਰਨ ਨਾਲ ਉਸਦੀ ਇਹ ਪਿਆਸ ਨਹੀਂ ਬੁਝਦੀ, ਬਲਕਿ ਹੋਰ ਵੱਧਦੀ ਹੈ। ਇਸ ਚੱਕਰ ਵਿੱਚ ਜਨਮ ਜਨਮਾਂ ਤੱਕ ਅਸੀਂ ਅਸ਼ਾਂਤੀ ਅਤੇ ਅਸੰਤੋਖ ਦੀ ਅੱਗ ਵਿੱਚ ਸੜਦੇ ਰਹਿੰਦੇ ਹਾਂ। ਤੁਹਾਡੇ ਸਾਹਮਣੇ ਪੇਸ਼ ਹੈ ਇਹ ਪੁਸਤਕ ਜੋ ਇਸ ਅਸੰਤੋਖ ਦੀ ਅੱਗ ਤੋਂ ਬਚਾਉਣ ਅਤੇ ਪਰਮ ਆਨੰਦ ਦੀ ਪ੍ਰਾਪਤੀ ਵਿੱਚ ਮਦਦਗਾਰ ਹੈ। ਨਾਲ ਹੀ ਕੁਝ ਅਜਿਹੇ ਪ੍ਰਸ਼ਨਾਂ ਦਾ ਉੱਤਰ ਦਿੰਦੀ ਹੈ ਜੋ ਅਸੀਂ ਸਾਰੇ ਖੋਜ ਰਹੇ ਹਾਂ। ਪੁਸਤਕ ਹੇਠਾਂ ਦਿੱਤੇ ਪ੍ਰਸ਼ਨਾਂ ਦਾ ਉੱਤਰ ਦਿੰਦੀ ਹੈ। ਆਤਮਾ ਕੀ ਹੈ? ਆਤਮਾ ਕਿੱਥੇ ਰਹਿੰਦੀ ਹੈ? ਆਤਮਾ ਨੂੰ ਕਿਵੇਂ ਦੇਖੀਏ? ਆਤਮਾ ਨੂੰ ਕਿਉਂ ਖੋਜਣਾ ਚਾਹੀਦਾ ਹੈ ਅਤੇ ਉਸਦੀ ਜਿਗਿਆਸਾ ਕਿਉਂ ਕਰਨੀ ਚਾਹੀਦੀ ਹੈ? ਸਰੀਰ ਅਤੇ ਆਤਮਾ ਵਿੱਚ ਕੀ ਸੰਬੰਧ ਹੈ? ਪਰਮਾਤਮਾ ਕੌਣ ਹੈ? ਪਰਮਾਤਮਾ ਨੂੰ ਕਿਵੇਂ ਜਾਣੀਏ? ਪਰਮਾਤਮਾ ਅਤੇ ਪਰਮਾਤਮਾ ਵਿੱਚ ਕੀ ਸੰਬੰਧ ਹੈ? ਆਤਮ ਗਿਆਨ ਕੀ ਹੈ? ਆਤਮ ਗਿਆਨ ਕਿਵੇਂ ਪ੍ਰਾਪਤ ਕਰੀਏ? ਆਤਮ ਗਿਆਨ ਦੀ ਜ਼ਰੂਰਤ ਕਿਉਂ? ਆਤਮ ਸ਼ਕਤੀ ਨੂੰ ਕਿਵੇਂ ਵਧਾਈਏ? ਇਸ ਲਈ ਆਓ ਅਸੀਂ ਸਾਰੇ ਆਪਣੀ ਸ਼ਕਤੀ ਨੂੰ ਪਛਾਣੀਏ ਅਤੇ ਸੰਸਾਰਿਕ ਇੱਛਾਵਾਂ ਨੂੰ ਤਿਆਗ ਕੇ ਅਲੌਕਿਕ ਅਤੇ ਪਰਲੌਕਿਕ ਸੰਭਾਵਨਾਵਾਂ ਤੇ ਸੋਚੀਏ ਅਤੇ ਸੂਰਦਾਸ, ਅੰਗੁਲੀਮਾਲ, ਤੁਲਸੀਦਾਸ ਵਾਂਗ ਸਧਾਰਨ ਮਨੁੱਖਾਂ ਤੋਂ ਅਸਧਾਰਨ ਬਣਨ ਦੇ ਮਾਰਗ ਤੇ ਅੱਗੇ ਵਧੀਏ। ਪੁਸਤਕ ਦੇ ਕੁਝ ਅੰਸ਼। ਆਪਣੇ ਪ੍ਰਭਾਵ ਨਾਲ ਮਨੁੱਖ ਚੇਤਨਾ ਵਿਹੀਨ ਪ੍ਰਾਣੀਆਂ ਵਿੱਚ ਨਵਾਂ ਜੀਵਨ ਦੇਣ ਦੀ ਸ਼ਕਤੀ ਰੱਖਦਾ ਹੈ। ਉਸਨੂੰ ਦੇਸ਼, ਸਮਾਜ ਅਤੇ ਰਾਸ਼ਟਰ ਨੂੰ ਬਦਲ ਦਿੱਤਾ ਹੈ। ਮਨੁੱਖ ਸਮਾਜਿਕ ਜੀਵਨ ਦਾ ਸਿਰਜਣਹਾਰ ਹੈ। ਉਸ ਤੋਂ ਰਾਸ਼ਟਰ ਨੂੰ ਤਾਕਤ ਮਿਲਦੀ ਹੈ। ਮਾਨਵੀ ਸ਼ਕਤੀ ਦੀ ਚੰਗਿਆੜੀ ਤੋਂ ਯੁੱਗ ਬਦਲ ਰਹੇ ਹਨ ਅਤੇ ਇਹ ਕ੍ਰਮ ਅੱਗੇ ਵੀ ਯੁਗਾਂ ਯੁਗਾਂ ਤੱਕ ਚੱਲਦਾ ਰਹੇਗਾ। ਮਨੁੱਖ ਦੀ ਸ਼ੋਭਾ ਇਸੇ ਵਿੱਚ ਹੈ ਕਿ ਦੁੱਖਾਂ ਤੋਂ ਛੁਟਕਾਰਾ ਆਉਣ ਅਤੇ ਸੁੱਖ ਪ੍ਰਾਪਤ ਕਰਨ ਦੇ ਲਈ ਅਣਥੱਕ ਮਿਹਨਤ ਕੀਤੀ ਜਾਵੇ। ਮਨੁੱਖ ਨੂੰ ਚਾਹੀਦਾ ਹੈ ਕਿ ਉਹ ਇਸ ਸੰਸਾਰ ਨੂੰ ਪ੍ਰੀਖਿਆ ਸਥਾਨ ਸਮਝੇ ਅਤੇ ਇਸ ਦੁੱਖ ਸਾਗਰ ਨੂੰ ਪਾਰ ਕਰਕੇ ਸੁੱਖ ਸ਼ਾਂਤੀ ਦੇ ਸੁਹਾਵਣੇ ਕੰਢੇ ਤੇ ਪਹੁੰਚ ਕੇ ਆਪਣੇ ਆਪ ਨੂੰ ਸ਼੍ਰੇਅ ਦਾ ਅਧਿਕਾਰੀ ਬਣਾਏ। ਸਾਡਾ ਹਿਰਦਾ ਸਾਡੀ ਆਤਮਾ ਦੇ ਵਿਸ਼ਵਾਸ ਦਾ ਅੰਸ਼ ਹੈ। ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਸੂਰਜ ਦਾ ਅੰਸ਼ ਹਨ ਪਰ ਅੱਡ ਦਿਖਾਈ ਪੈਂਦੀਆਂ ਹਨ, ਉਸੇ ਤਰ੍ਹਾਂ ਆਤਮਾ ਵੀ ਪਰਮਾਤਮਾ ਦਾ ਅੰਸ਼ ਹੈ ਪਰ ਅੱਡ ਦਿਖਾਈ ਦਿੰਦੀ ਹੈ। ਆਪਣੇ ਨੂੰ, ਆਪਣੀ ਅੰਤਰ ਆਤਮਾ ਨੂੰ ਵਿਸ਼ਵ ਆਤਮਾ ਦਾ ਅੰਸ਼ ਜਾਣ ਲੈਣਾ ਹੀ ਈਸ਼ਵਰ ਨੂੰ ਜਾਣ ਲੈਣਾ ਹੈ। ਸੰਸਾਰ ਦੇ ਸਾਰੇ ਪਦਾਰਥ ਜੜ ਹਨ। ਉਹ ਖੁਦ ਨਾ ਤਾਂ ਕਿਸੇ ਨੂੰ ਸੁੱਖ ਦੇ ਸਕਦੇ ਹਨ ਅਤੇ ਨਾ ਹੀ ਦੁੱਖ। ਇਹ ਮਨੁੱਖ ਦਾ ਆਪਣਾ ਆਤਮ ਤੱਤ ਹੀ ਹੁੰਦਾ ਹੈ ਜੋ ਉਸ ਨਾਲ ਜੁੜ ਕੇ ਉਸਨੂੰ ਦੁਖੀ ਜਾਂ ਸੁਖੀ ਬਣਾਉਂਦਾ ਹੈ। ਇਹ ਧਾਰਨਾ ਕਿ ਸੁੱਖ ਦੀ ਪ੍ਰਾਪਤੀ ਪਦਾਰਥਾਂ ਦੁਆਰਾ ਹੁੰਦੀ ਹੈ ਬਿਲਕੁਲ ਗਲਤ ਅਤੇ ਅਗਿਆਨਤਾ ਹੈ। ਉਲਟ ਹਾਲਾਤਾਂ ਵਿੱਚ ਵੀ ਹਸੀ ਖੁਸ਼ੀ ਦਾ ਜੀਵਨ ਬਤੀਤ ਕਰਨ ਦੇ ਅਭਿਆਸ ਨੂੰ ਵਰਤ ਕਿਹਾ ਜਾਂਦਾ ਹੈ। ਇਸ ਨਾਲ ਮਨੁੱਖ ਵਿੱਚ ਸ਼੍ਰੇਸ਼ਟ ਕਰਮ ਕਰਨ ਦੀ ਯੋਗਤਾ ਆਉਂਦੀ ਹੈ। ਆਤਮ ਗਿਆਨ ਦੇ ਮਹਾਨ ਉਦੇਸ਼ ਨੂੰ ਪ੍ਰਾਪਤ ਕਰਨ ਦਾ ਪਹਿਲਾ ਕਦਮ ਵਰਤ ਪਾਲਣਾ ਹੀ ਹੈ। ਇਸੇ ਤੋਂ ਅਸੀਂ ਮਨੁੱਖੀ ਜੀਵਨ ਨੂੰ ਸਾਰਥਕ ਬਣਾ ਸਕਦੇ ਹਾਂ। ਪੁਸਤਕ ਦੇ ਕੁਝ। ਆਤਮ ਗਿਆਨ ਦੀ ਜ਼ਰੂਰਤ ਕਿਉਂ? ਆਤਮਾ ਅਤੇ ਪਰਮਾਤਮਾ ਦਾ ਸੰਬੰਧ। ਅਪੂਰਨਤਾ ਤੋਂ ਪੂਰਨਤਾ ਤੱਕ ਆਤਮਾ ਨੂੰ ਜਾਣੋ। ਈਸ਼ਵਰ ਅੰਸ਼ ਜੀਵ ਅਵਿਨਾਸ਼ੀ। ਆਤਮ ਸ਼ਕਤੀ ਦਾ ਅਟੁੱਟ ਭੰਡਾਰ। ਪਰਮਾਤਮਾ ਨੂੰ ਜਾਣਨ ਦੇ ਲਈ ਆਪਣੇ ਆਪ ਨੂੰ ਜਾਣੋ।